20 ਉਮੀਦਵਾਰ ਸੰਯੁਕਤ ਸਮਾਜ ਮੋਰਚਾ ਤੇ 10 ਉਮੀਦਵਾਰ ਭਾਰਤੀ ਕਿਸਾਨ ਯੂਨੀਅਨ ਝੜੂਨੇ। ਸਾਡਾ ਬਿਲਕੁਲ ਆਪਸ ਦੇ ਵਿੱਚ ਕੰਪਲੀਟ ਸਮਝੌਤਾ ਹੋ ਗਿਆ। ਇਕੱਠੇ ਰਲ ਕੇ 117 ਸੀਟਾਂ ਦੀ ਚੋਣ ਲੜਾਂਗੇ। 10 ਹਲਕੇ ਉਹ ਦੱਸਾਂਗੇ ਜਿਨ੍ਹਾਂ ਤੇ ਸਾਡਾ ਸਮਝੌਤਾ ਭਾਰਤੀ ਕਿਸਾਨ ਯੂਨੀਅਨ ਝੜੂਨੀ ਨਾਲ ਹੋ ਗਿਆ। ਉਹਨਾਂ ਦੇ ਪ੍ਰਧਾਨ ਸਾਡੇ ਵਿੱਚ ਸ਼ਾਮਲ ਨੇ। ਹਲਕੇ ਅਸੀਂ ਦੱਸਾਂਗੇ, ਉਹਨਾਂ ਹਲਕਿਆਂ ਤੇ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਤੇ ਬਾਕੀ ਸਾਰੇ ਹਲਕਿਆਂ ਤੇ ਇਹ ਸੰਯੁਕਤ ਸਮਾਜ ਮੋਰਚਾ ਦੀ ਸਪੋਰਟ ਕਰਨਗੇ। ਜਿੱਥੇ ਕਿਤੇ ਇਹਨਾਂ ਨੇ ਪਹਿਲਾਂ ਕੋਈ ਡਿਕਲੇਅਰ ਕੀਤੇ ਨੇ ਉਮੀਦਵਾਰ, ਉਹ ਉੱਥੋਂ ਉਮੀਦਵਾਰੇ ਵਾਪਸ ਲੈਣਗੇ। ਇਹ 10 ਹਲਕੇ ਨੂੰ ਦੇ ਦਿੱਤੇ ਗਏ ਆ, ਇਸ ਲਈ ਉੱਥੇ ਆਪਣੇ ਉਮੀਦਵਾਰੇ ਆਪਣੇ ਆਪ ਅਨਾਉਂਸ ਕਰਨਗੇ। ਇਸ ਮੋਰਚੇ ਜਾਓ, ਇਹ ਤੁਹਾਡਾ ਹੈ। ਆਪਾਂ ਸਾਂਝੇ ਤੌਰ ਤੇ ਇਸ ਨੂੰ ਲੜ ਕੇ ਇੱਥੋਂ ਦੀ ਰਾਜਨੀਤੀ, ਇੱਥੋਂ ਦਾ ਨਕਸ਼ਾ ਨੁਹਾਰ, ਇੱਥੋਂ ਦੀ ਆਰਥਿਕਤਾ, ਇੱਥੋਂ ਦਾ ਸਮਾਜ, ਉਸ ਨੂੰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਸਿੰਬਲ ਹੈ, ਜੇ ਸਾਨੂੰ ਵੀ ਅਲਾਟ ਹੋਣਾ, ਇਹਨਾਂ ਨੂੰ ਵੀ ਅਲਾਟ ਹੋਣਾ। ਚੰਗਾ ਹੋਵੇ ਜੁਆਇੰਟ ਜਿਹੜਾ ਮੈਸੇਜ ਹੈ, ਜਿਸ ਤਰ੍ਹਾਂ ਹੁਣ ਅਸੀਂ ਆਪਸ ਵਿੱਚ ਕੀਤਾ ਹੈ, ਜੇ ਇੱਕ ਸਿੰਬਲ ਦੇ ਸਾਈਡ ਲੜੀ ਹੈ ਤਾਂ ਹੋਰ ਇਫੈਕਟਿਵ ਹੋਏਗਾ, ਲੋਕਾਂ ਨੂੰ ਜ਼ਿਆਦਾ ਉਤਸ਼ਾਹਿਤ ਕਰੇਗਾ। ਸੰਯੁਕਤ ਕਿਸਾਨ ਮੋਰਚਾ ਇੱਕ ਸੈਪਰੇਟ ਚੀਜ਼ ਹੈ, ਉਹ ਦੇਸ਼ ਦੀਆਂ 500 ਜਥੇਬੰਦੀਆਂ ਦਾ ਮੋਰਚਾ। ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾਂ ਹੀ ਸਾਡੇ ਪਿੱਛੇ ਪਏ ਹੋਏ ਸੀ। ਉਹਦਾ ਕਹਿੰਦੇ ਸੀ ਕਿਸਾਨ ਨੇ ਇਹ ਪੋਲੀਟੀਕਲੀ ਮਿਸਗਾਈਡਡ ਲੋਕ ਨੇ, ਕਿਸਾਨ ਤਾਂ ਹੈ ਹੀ ਨਹੀਂ, ਰਾਜਨੀਤਿਕ ਪਾਰਟੀਆਂ ਦੇ ਨੇ। ਤਾਂ ਉਹਦੀ ਗੱਲ ਸੱਚੀ ਹੁੰਦੀ। ਇਹ ਪੰਜਾਬ ਦੇ ਲੋਕਾਂ ਦੀ ਇੱਛਾ ਸੀ, ਭਾਵਨਾ ਸੀ ਕਿ ਪੰਜਾਬ 'ਚ ਵੀ ਕੋਈ ਲੋਕ ਪੱਖੀ ਬਦਲ ਦਿੱਤਾ ਜਾਵੇ। ਅੱਜ ਅਸੀਂ 2 ਦਿਨਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨ ਲੱਗੇ ਆ। ਤੁਹਾਨੂੰ 2 ਦਿਨ ਪਹਿਲਾਂ ਅਸੀਂ ਤਕਲੀਫ ਦਿੱਤੀ, ਪਰ ਕੁਝ ਵਜ੍ਹਾ ਕਰਕੇ ਜਿਹੜੀ ਇਹ ਲਿਸਟ ਜਾਰੀ ਨਹੀਂ ਹੋ ਸਕੀ। ਅੱਜ ਅਸੀਂ 20 ਉਮੀਦਵਾਰ ਸੰਯੁਕਤ ਸਮਾਜ ਮੋਰਚਾ ਤੇ 10 ਉਮੀਦਵਾਰ ਭਾਰਤੀ ਕਿਸਾਨ ਯੂਨੀਅਨ ਝੜੂਨੇ, ਉਹ 30 ਉਮੀਦਵਾਰ ਦੀ ਲਿਸਟ ਜਾਰੀ ਕਰ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਝੜੂਨੀ ਨਾਲ ਬੜੇ ਦਿਨਾਂ ਤੋਂ ਚੱਲ ਰਿਹਾ ਸੀ। ਉਹ ਸ਼ੁਰੂ ਕਰਨ ਤੋਂ ਪਹਿਲਾਂ ਵਾਕਫੀਅਤ ਵੀ ਕਰਾਉਣੀ ਹੈ। ਸਾਡਾ ਬਿਲਕੁਲ ਆਪਸ ਦੇ ਵਿੱਚ ਕੰਪਲੀਟ ਸਮਝੌਤਾ ਹੋ ਗਿਆ। ਇਕੱਠੇ ਰਲ ਕੇ 117 ਸੀਟਾਂ ਦੀ ਚੋਣ ਲੜਾਂਗੇ। ਹੁਣ ਇੰਟਰੋਡਿਊਸ ਕਰ ਦਈਏ। ਮੇਰਾ ਨਾਮ ਪ੍ਰੇਮ ਸਿੰਘ ਭੰਗੂ, ਮੈਂਬਰ ਪਾਰਲੀਮੈਂਟਰੀ ਬੋਰਡ ਸੰਯੁਕਤ ਸਮਾਜ ਮੋਰਚਾ। ਮੇਰੇ ਇੱਧਰਲੇ ਪਾਸੇ ਦੌਲਤ ਰਾਮ ਪੈਂਸੀਆ, ਇਹ ਦੌਲਤ ਰਾਮ ਇਹ ਆਰਥਿਕ ਪਾਰਟੀ ਦੇ ਪ੍ਰਧਾਨ ਨੇ, ਜਨਰਲ ਸੈਕਟਰੀ ਨੇ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਸਕਰੀਨਿੰਗ ਕਮੇਟੀ ਦੇ ਮੈਂਬਰ। ਸਰਦਾਰ ਰਸਪਾਲ ਸਿੰਘ ਜੋੜੇ ਮਾਜਰਾ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਝੜੂਨੀ। ਤੇ ਸਰਦਾਰ ਕਿਰਪਾ ਸਿੰਘ ਸੰਯੁਕਤ ਸਮਾਜ ਮੋਰਚਾ ਦੇ ਆਗੂ। ਅੱਜ ਅਸੀਂ ਜਿਵੇਂ ਦੱਸਿਆ ਕਿ 10 ਸੀਟਾਂ ਦੀ ਅਸੀਂ ਪਹਿਲਾਂ ਲਿਸਟ ਜਾਰੀ ਕੀਤੀ ਹੈ 3-4 ਦਿਨ ਪਹਿਲਾਂ, ਤੇ ਅੱਜ 20 ਹਲਕਿਆਂ ਤੋਂ ਸੰਯੁਕਤ ਸਮਾਜ ਮੋਰਚਾ ਦੀ ਲਿਸਟ ਜਾਰੀ ਕਰਾਂਗੇ ਤੇ 10 ਹਲਕੇ ਉਹ ਦੱਸਾਂਗੇ ਜਿਨ੍ਹਾਂ ਤੇ ਸਾਡਾ ਸਮਝੌਤਾ ਭਾਰਤੀ ਕਿਸਾਨ ਯੂਨੀਅਨ ਝੜੂਨੀ ਨਾਲ ਹੋ ਗਿਆ। ਉਹਨਾਂ ਦੇ ਪ੍ਰਧਾਨ ਸਾਡੇ ਵਿੱਚ ਸ਼ਾਮਲ ਨੇ। ਉਹਨਾਂ 10 ਹਲਕਿਆਂ ਦੇ ਉਮੀਦਵਾਰ ਇਹ ਆਪਣੇ ਆਪ ਦੇਣਗੇ। ਹਲਕੇ ਅਸੀਂ ਦੱਸਾਂਗੇ, ਉਹਨਾਂ ਹਲਕਿਆਂ ਤੇ ਅਸੀਂ ਇਹਨਾਂ ਦੀ ਸਪੋਰਟ ਕਰਾਂਗੇ ਤੇ ਬਾਕੀ ਸਾਰੇ ਹਲਕਿਆਂ ਤੇ ਇਹ ਸੰਯੁਕਤ ਸਮਾਜ ਮੋਰਚਾ ਦੀ ਸਪੋਰਟ ਕਰਨਗੇ। ਜਿੱਥੇ ਕਿਤੇ ਇਹਨਾਂ ਨੇ ਪਹਿਲਾਂ ਕੋਈ ਡਿਕਲੇਅਰ ਕੀਤੇ ਨੇ ਉਮੀਦਵਾਰ, ਉਹ ਉੱਥੋਂ ਉਮੀਦਵਾਰੇ ਵਾਪਸ ਲੈਣਗੇ। ਇਹ 10 ਹਲਕੇ ਨੂੰ ਦੇ ਦਿੱਤੇ ਗਏ ਆ, ਇਸ ਲਈ ਉੱਥੇ ਆਪਣੇ ਉਮੀਦਵਾਰੇ ਆਪਣੇ ਆਪ ਅਨਾਉਂਸ ਕਰਨਗੇ। ਹੁਣ ਮੈਂ ਜਿਹੜੇ 20 ਹਲਕੇ ਨੇ, ਇਹਦੇ ਨਾਲ ਇੱਕ ਗੱਲ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਸਾਨੂੰ ਬੜੀ ਖੁਸ਼ੀ ਹੈ। ਇਲੈਕਸ਼ਨ ਕਮਿਸ਼ਨ ਨੇ ਸਾਰੀ ਪਾਰਟੀਆਂ ਵੱਲੋਂ ਭੇਜੀ ਹੋਈ ਰਿਕੁਐਸਟ ਉਹਨਾਂ ਨੂੰ, ਪੰਜਾਬ ਦੇ ਵਿਸ਼ੇਸ਼ ਹਾਲਾਤ, ਇੱਕ ਤਾਂ ਕੋਵਿਡ ਸਾਰੇ ਦੇਸ਼ ਦੇ ਵਿੱਚ ਹੀ ਹੈ ਜਿਸ ਤਰ੍ਹਾਂ ਫੈਲ ਰਿਹਾ ਲਗਾਤਾਰ। ਨੰਬਰ 2, 14 ਤਾਰੀਖ ਨੂੰ ਕਿਉਂਕਿ ਭਗਤ ਰਵਿਦਾਸ ਦਾ ਜਨਮ ਦਿਨ ਹੈ, ਬਹੁਤ ਵੱਡੀ ਸੰਗਤ ਨੇ, ਬਹੁਤ ਵੱਡੇ ਲੋਕਾਂ ਨੇ ਉਸ ਨੂੰ ਮਨਾਉਣਾ ਹੈ। ਵਾਰਾਣਸੀ ਕੋਲ ਉਹਨਾਂ ਦਾ ਹੈ, ਉੱਥੇ ਜਾਣਾ, ਉੱਥੋਂ ਆਉਣਾ। ਇਹ ਸਾਰੀ ਪਾਰਟੀਆਂ ਦੀ ਪੁਰਜ਼ੋਰ ਮੰਗ ਸੀ ਕਿ ਉਸ ਦਿਹਾੜੇ ਨੂੰ, ਜਿਸ ਨੂੰ ਬਹੁਤ ਸ਼ਰਧਾ ਸਤਿਕਾਰ ਨਾਲ ਸਾਰੇ ਪੰਜਾਬ ਮਨਾਉਂਦਾ, ਇਸ ਨੂੰ ਖਾਸ ਕਰਕੇ ਸਾਡਾ ਜਿਹੜਾ ਦਲਿਤ ਭਾਈਚਾਰਾ ਹੈ, ਇਸ ਲਈ ਉਹਨੂੰ ਧਿਆਨ 'ਚ ਰੱਖਦੇ ਹੋਏ 14 ਤਰੀਕ ਜਿਹੜੀ ਵੋਟਿੰਗ ਹੈ ਉਹ ਸੰਭਵ ਨਹੀਂ ਹੋ ਸਕਦੀ।
ਸਾਰੀਆਂ ਪਾਰਟੀਆਂ ਨੇ ਸਮੇਤ ਭਾਰਤੀ ਜਨਤਾ ਪਾਰਟੀ ਮੰਗ ਕੀਤੀ ਸੀ। ਤੁਹਾਡੀ ਜਾਣਕਾਰੀ ਲਈ ਕੱਲ੍ਹ ਸੰਯੁਕਤ ਸਮਾਜ ਮੋਰਚਾ ਨੇ ਇੱਥੇ ਸਪੈਸ਼ਲ ਮੀਟਿੰਗ ਕਰਕੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ 'ਚ ਅਸੀਂ ਉਦੋਂ ਹੀ ਇਲੈਕਸ਼ਨ ਕਮਿਸ਼ਨ ਨੂੰ ਈਮੇਲ ਭੇਜੀ ਸੀ ਔਰ ਫੈਕਸ ਭੇਜਿਆ ਸੀ ਕਿ ਇਲੈਕਸ਼ਨ ਨੂੰ ਘੱਟੋ ਘੱਟ 2 ਹਫ਼ਤੇ ਪੋਸਟਪੋਨ ਕੀਤਾ ਜਾਏ। ਅਸੀਂ ਧੰਨਵਾਦੀ ਹਾਂ ਇਲੈਕਸ਼ਨ ਕਮਿਸ਼ਨ ਦੇ, ਜਿਨ੍ਹਾਂ ਨੇ 14 ਦੀ ਬਜਾਏ 20 ਤਰੀਕ ਇਲੈਕਸ਼ਨ ਡੇਟ ਰੱਖੀ ਹੈ, ਇਸ ਨੂੰ 6 ਦਿਨ ਲਈ ਪੋਸਟਪੋਨ ਕੀਤਾ। ਹੁਣ ਮੈਂ ਤੁਹਾਨੂੰ ਜਿਹੜੇ ਹਲਕਾ ਵਾਈਜ਼ ਉਹ ਲਿਸਟ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ। ਅਸੀਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਸ਼ਹਿਰੀ ਤੋਂ ਸਰਦਾਰ ਲਖਵਿੰਦਰ ਸਿੰਘ, ਫਿਰੋਜ਼ਪੁਰ ਸ਼ਹਿਰੀ। ਨਵਾਂ ਸ਼ਹਿਰ ਕੁਲਦੀਪ ਸਿੰਘ ਵਜੀਦਪੁਰ। बोली जाइए जी, कोई दिक्कत तो नहीं। अगे लिखो जी बटाला बलविंदर सिंह राजू। लुधियाना पश्चिमी तरुण जैन बावा। लुधियाना पश्चिमी। लुधियाना इस तरह ही आत्मनगर, ये ना जी हरकीरत सिंह राणा। आत्मनगर कौन जी? हरकीरत सिंह राणा। गिद्दड़बाहा गुरप्रीत सिंह कोटली। ये नौजवान है जिन्हें टिकरी बॉर्डर ते बड़ी सेवा की है, थ्रू आउट रहा है। इसकी 33 साल उम्र है। ये मुंडा MSc फिजिक्स है ते नाल जर्नलिस्ट है। 33 साल उम्र है उसकी। मलोट तो असीं ਜਿਹੜਾ ਕਿ ਰਿਜ਼ਰਵ ਹਲਕਾ ਮਲੋਟ ਰਿਜ਼ਰਵ ਹੈ, ਇੱਥੋਂ ਸੁਖਵਿੰਦਰ ਕੁਮਾਰ। ਇਹ ਬਿਲਕੁਲ ਨੌਜਵਾਨ 27 ਈਅਰਸ 27 ਸਾਲ ਦਾ। ਹੀ ਇਜ਼ PhD ਇਨ ਪੋਲੀਟੀਕਲ ਸਾਇੰਸ। PhD ਇਨ ਪੋਲੀਟੀਕਲ ਸਾਇੰਸ। ਸਾਡੀ ਚੋਣ ਦੇਖਣਾ ਤੁਸੀਂ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਅਸੀਂ ਬਿਲਕੁਲ ਯੰਗ ਗਰਲ ਜਿਨ੍ਹਾਂ ਇੰਨੀ ਸੇਵਾ ਕੀਤੀ ਹੈ ਕਿ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਜਦ ਇੰਨੇ ਕਿਸਾਨਾਂ ਦੇ ਕੇਸ ਬਣੇ ਔਰ ਪੁਲਿਸ ਦੇ ਟੈਰਰ ਕਰਕੇ ਬਹੁਤ ਨੌਜਵਾਨ ਮਿਸ ਹੋ ਗਏ ਸੀ, ਲੱਭਦੇ ਨਹੀਂ ਸੀ। ਇਸ ਲੜਕੀ ਨੇ ਬੜੀ ਮਿਹਨਤ ਕੀਤੀ, ਸਾਰੇ ਮਿਸਿੰਗ ਪਰਸਨ ਲੱਭਣ ਦੇ ਲਈ ਬੜਾ ਹਾਰਡ ਵਰਕ ਕੀਤਾ ਇਹਨੇ ਉੱਥੇ। ਇਹ ਉਹ ਲੜਕੀ ਹੈ ਅਨੁਰੂਪ ਕੌਰ। ਇਸ ਦੀ ਉਮਰ ਹੈ 28 ਈਅਰਸ। ਸ਼ੀ ਇਜ਼ MA MPhil ਇੰਗਲਿਸ਼। MA MPhil ਇੰਗਲਿਸ਼। ਇਸੇ ਤਰ੍ਹਾਂ ਅਸੀਂ ਪਾਇਲ ਤੋਂ, ਇਹ ਰਿਜ਼ਰਵ ਹੈ, ਸਿਮਰਦੀਪ ਸਿੰਘ। ਇਹ ਵੀ ਬਹੁਤ ਯੰਗ ਬॉय ਹੈ, 31 ਈਅਰਸ, ਮਕੈਨੀਕਲ ਇੰਜੀਨੀਅਰ ਹੈ। ਠੀਕ ਹੈ ਜੀ। ਅੱਗੇ ਆ ਜੀ ਹਲਕਾ ਸਨੌਰ, ਪਟਿਆਲੇ 'ਚ ਪੈਂਦਾ ਹੈ। ਸਾਡੇ ਆਗੂ ਬੂਟਾ ਸਿੰਘ ਸ਼ਾਦੀਪੁਰ, ਸਨੌਰ ਤੋਂ। ਅੱਗੇ ਭੁੱਚੋ ਬਾਬਾ ਚਮਕੌਰ ਸਿੰਘ, ਭੁੱਚੋ बाबा ਚਮਕੌਰ ਸਿੰਘ। ਧੂਰੀ ਸਰਬਜੀਤ ਸਿੰਘ ਅਲਾਲ। ਸਰਬਜੀਤ ਸਿੰਘ ਅਲਾਲ। ਫਿਰ ਜੀ ਰਿਜ਼ਰਵ ਹਲਕਾ ਹੈ ਫਿਰੋਜ਼ਪੁਰ ਦਿਹਾਤੀ। ਉੱਥੋਂ ਅਸੀਂ ਮੈਦਾਨ ਦੇ ਵਿੱਚ ਤਾਰੇ ਹੈ ਮੌੜਾ ਸਿੰਘ ਅਣਜਾਣ। ਮੌੜਾ ਸਿੰਘ ਅਣਜਾਣ, 34 ਈਅਰਸ, BA B.Ed। ਹੈਂਡੀਕੈਪ ਵੀ ਨੇ ਨਾਲ ਇਹਨਾਂ ਦੀ। ਇਹ ਹੈ ਉਹਨਾਂ ਦੀ ਕੁਰਬਾਨੀ ਦੇਖੋ ਕਰਕੇ। ਉਹ ਹੈਂਡੀਕੈਪ ਵੀ ਨੇ, ਪੜ੍ਹਾਈ ਵਿੱਚ ਹੀ ਕੀਤੀ, ਮੋਰਚੇ ਸੇਵਾ ਵੀ ਕੀਤੀ ਉਹਨਾਂ ਨੇ। ਫਿਰ ਰਾਜਾ ਸੰਸੀ ਤੋਂ ਡਾਕਟਰ ਸਤਨਾਮ ਸਿੰਘ ਅਜਨਾਲਾ। ਡਾਕਟਰ ਸਤਨਾਮ ਸਿੰਘ ਅਜਨਾਲਾ ਇਹ ਖੇਤੀਬਾੜੀ ਮਾਹਰ ਨੇ ਔਰ BSc ਐਗਰੀਕਲਚਰ ਨੇ। ਸੁਨਾਮ ਤੋਂ ਸੋਸ਼ਲ ਐਕਟਿਵਿਸਟ। ਜਲਾਲਾਬਾਦ। ਹਾਂ ਸੌਰੀ ਜਲਾਲਾਬਾਦ। ਜਲਾਲਾਬਾਦ ਸੁਰਿੰਦਰ ਸਿੰਘ ਢੱਡੀਆਂ। ਸੁਰਿੰਦਰ ਸਿੰਘ ਢੱਡੀਆਂ। ਅੱਗੇ ਆਓ ਜੀ ਸੁਨਾਮ
ਡਾਕਟਰ ਅਮਰਜੀਤ ਸਿੰਘ ਮਾਨ, ਇਹ ਸੋਸ਼ਲ ਐਕਟਿਵਿਸਟ ਹੈ, ਨੋਨ ਪਰਸਨੈਲਿਟੀ ਹੈ ਇੱਥੇ। ਭਦੌੜ ਰਿਜ਼ਰਵ ਹੈ, ਮਜ਼ਦੂਰਾਂ ਦੇ ਆਗੂ ਨੋਨ ਹੈ, ਤੁਸੀਂ ਜਾਣਦੇ ਹੋ ਸਾਰੇ। ਭਗਵੰਤ ਸਿੰਘ ਸਮਾਓ, ਭਦੌੜ ਰਿਜ਼ਰਵ। ਕੌਣ ਹੈ ਜੀ? ਭਗਵੰਤ ਸਿੰਘ ਸਮਾਓ, ਭਗਵੰਤ ਸਿੰਘ ਸਮਾਓ, ਭਦੌੜ। ਬਰਨਾਲਾ ਅਭੀਕਰਨ ਸਿੰਘ, ਬਰਨਾਲਾ ਅਭੀਕਰਨ ਸਿੰਘ 35 years B.Tech। है जी मानसा तो गुरनाम सिंह भिक्खी, मानसा गुरनाम सिंह भिक्खी। दैन सरदूलगढ़ छोटा सिंह मियाँ, मियाँ। ये असी 20 हल्के जिन्हां दे विच रिजर्व हल्के ने, जनरल ने और एक यंग लेडी है जिहड़ी एक्टिविस्ट है। अज असी ये 20 दी कीती है और 10 हल्के साडा, क्योंकि कर देने कर 10 हल्के असी जिहड़ा भारती किसान यूनियन झुड़ूनी नूं, तां कि पंजाब दे अंदर एक जिहड़ी बिल्कुल यूनाइटेड जिहड़ी किसान लहर और किसान मुहिम चले, लोकां 'च बहुत वड्डा आभार है। तुहाडी जानकारी लिए अगे ये है, मैं हुण समा नहीं लेना, मेरे साथी गल कहणगे कि साडे कोल डिले होने का कारण यह भी एप्लीकेशन इन्नियां ज़्यादा है। 3000 तो वधेरे एप्लीकेशनस ने आईयां होईयां और असीं किसी नाल डिले इस करके कर रहे हैं भी किसी नाल कोई बेइंसाफी ना होवे, कोई कहे कि मैरिट ते मेरी एप्लीकेशन देखी नहीं और इस तरह डिसाइड कर दिता गया। इसलिए विदाउट मैरिट असीं किसी का कोई डिसाइड नहीं करना, किसी जथेबंदी की कोई सिफारिश नहीं, किसी होर बंदे की कोई सिफारिश नहीं, जिहड़ा कि दूजी पार्टियां चलदा है। ये नरोल सिलैक्शन इन्हां दे विच जिहड़े नाम मैं तुहानूं भेजे है वो ना किसी जथेबंदी नाल संबंधित नहीं, किसी की कोई सिफारिश नहीं। असीं फैलों तो ऑन मैरिट आप सिलैक्ट किए हुए डिजर्विंग साडा क्राइटेरिया है जो तुहानूं पहलां दस्सिया सी, यही क्राइटेरिया अगे मेनटेन करांगे ते आउण वाले दिनों दे विच कल नूं एक दिन छड्ड के परसों फिर एक लिस्ट जारी करांगे तैयारी करके। सो ये अज तुहाडे सामने है। बाकी मेरे साथी नहीं जी, वो बैठे हैं, रछपाल सिंह ने करना। अच्छा लास्ट असीं हाँ जी हाँ जी हाँ, व्हाट अबाउट इलेक्शन सिंबल? दैट आई विल टेल यू, वी हैव अप्लाइड फॉर दैट। Our morcha has been registered, but we are waiting for the symbol. It can take some time, but definitely we are 100% definite, or this is certain that symbol will be allotted. You will come to know. हल्के में दसते जी, हल्के में बोले जी, लिख लो। नहीं हल्के बोले जी, हल्के देखो जी, समाणा, अजनाला, नाभा, फतेहगढ़ साहिब, संगरूर, दाखा, दिड़बा, भुलत्थ, गुरदासपुर ते शाहकोट, ये 10 हल्के दिते ने ते सानू असीं 10 हल्कियां ते इन्हां दी डट के हमायत करांगे। बाकी हल्के साडी डट के हमायत करनगे। जिथे उम्मीदवार ने पहलां डिकलेयर कीते ने वो ये सारे वापस लैणगे। बाकी अगली गल है जी रछपाल सिंह ने अपने आप कहणगे। हाँ कर लो हाँ जी असी भी हाँ जी हाँ दिखा हाँ एक मिनट जी भी असी जिहड़े 20 कैंडिडेट हैं संयुक्त समाज मोर्चा ने ऐलान किए ने 10 सीटां जिहड़ियां BK झड़ूनी नूं दित्तियां ये उम्मीदवार लड़नगे। 30 सीटां दे उम्मीदवार आ चुके अज थोड़े सामने है, 10 तो पहला आ चुके हैं। डे आफ्टर जी, डे आफ्टर फाइनल कर देंगे जी, काली नहीं करते फाइनल। सानू एक हफ्ता होर मिल गया, हफ्ता होर मिल गया, पर यह है भी 117 सीटां दे उम्मीदवार देवांगे। कल तक असीं ऐलान कर दांगे।
ਹਾਂਜੀ ਤੇ ਬਾਕੀ ਇੱਕ ਮੈਂ ਬੇਨਤੀ ਕਰਾਂ ਇੱਕ ਮਿੰਟ ਜੀ, ਸਾਰੇ ਸੁਣ ਲਿਆ। ਮੀਡੀਆ ਨੂੰ, ਸੁਣ ਲਓ। ਇੱਕ ਮਿੰਟ ਸਾਰੇ ਮੀਡੀਆ ਨੂੰ ਮੈਂ ਸੁਣ ਬੇਨਤੀ ਸੁਣ ਲਿਆ ਕਰਾਂ। ਜੀ, ਇੱਕ ਮਿੰਟ ਬਾਅਦ ਵਿੱਚ ਖਿੱਚ ਲਿਆ ਫੋਟੋ, ਕੀ ਕਰਦੇ ਪਏ ਇਹ ਬਾਅਦ ਚ ਕਰ ਲਿਓ ਜੀ, ਪਹਿਲਾਂ ਰਿਸਪਾਂਸ ਦੀ ਗੱਲ ਸੁਣ ਲਿਆ ਜੀ, ਮੇਰੀ ਬੇਨਤੀ ਸੁਣੋ। ਇਹਨਾਂ ਦੀ ਗੱਲ ਸੁਣ ਸਾਡਾ ਲਿਓ। ਇਹ ਪੈਚਅਪ ਹੋ ਗਿਆ, ਸਾਡਾ ਅਲਾਈਅੰਸ ਹੋ ਗਿਆ, ਅਸੀਂ ਇਕੱਠੇ ਲੜ ਰਹੇ ਹਾਂ। ਸਾਡੀ ਜਿਹੜੀ BKU ਕਾਨੂੰਨੀ ਹੈ, ਉਹਦੇ ਵੱਲੋਂ ਜਿਹੜੀ ਪਾਰਟੀ ਹੈ ਸੰਯੁਕਤ ਸੰਘਰਸ਼ ਪਾਰਟੀ ਹੈ, ਜਿਹਦੇ ਵੱਲੋਂ ਇਹ ਕੈਂਡੀਡੇਟ ਖੜੇ ਕੀਤੇ ਜਾ ਰਹੇ ਨੇ, ਸੰਯੁਕਤ ਸੰਘਰਸ਼ ਪਾਰਟੀ SS ਪਾਰਟੀ ਤੇ ਉਹਦਾ SS ਮੋਰਚੇ ਨਾਲ ਇਹ ਅਲਾਈਅੰਸ ਹੋਇਆ। ਉਹਦੇ ਤਹਿਤ ਅਸੀਂ ਰਲ ਕੇ, ਜਿਵੇਂ ਪ੍ਰਧਾਨ ਜੀ ਹੋਰਾਂ ਨੇ ਦੱਸਿਆ ਹੈ, ਜਿੱਥੇ ਕਿਤੇ ਸਾਡਾ ਕੋਈ ਕੈਂਡੀਡੇਟ ਪਹਿਲਾਂ ਅਨਾਉਂਸ ਕੀਤਾ ਹੋਇਆ ਹੈ, ਉਹ ਅਸੀਂ ਵਾਪਸ ਲਵਾਂਗੇ। ਅਸੀਂ ਆਹ 10 ਸੀਟਾਂ ਤੇ ਅਸੀਂ ਲੜਾਂਗੇ, ਉੱਥੇ ਸਾਡੀ ਮਦਦ ਕਰਨਗੇ, ਅਸੀਂ ਇਹਨਾਂ ਦੀ ਠੋਕ ਕੇ ਮਦਦ ਕਰਾਂਗੇ, ਇਕਜੁੱਟ ਹੋ ਕੇ ਇੱਕ ਮਤ ਨਾਲ ਲੜਾਂਗੇ। ਜੁਆਇੰਟ ਕੰਪੇਨ ਨਾ ਜੀ ਜੀ, ਤੁਸੀਂ ਆਪਣੇ ਕਦੋਂ ਉਮੀਦਵਾਰ ਐਲਾਨ ਕਰੋਗੇ ਜੀ? ਕੱਲ ਤੱਕ ਜੀ। ਠੀਕ ਹੈ। ਤੁਹਾਡਾ ਸਿੰਬਲ ਮਿਲ ਗਿਆ ਜੀ? ਨਹੀਂ ਨਹੀਂ, ਸਾਡਾ ਵੀ ਸਿੰਬਲ ਹੈ ਜੇ ਮਿਲਣਾ ਹੈ ਜੀ। ਇਹ ਰੱਖ ਦਿਓ, ਚਲੋ ਰੱਖ ਦਿਓ। ਤੁਸੀਂ ਆਪਣਾ ਇਹ ਵੀ ਕਰ ਤੇ ਲੜੋਗੇ ਜੀ? ਤੁਸੀਂ ਰੱਖੋ। ਹਾਂ ਮੈਂ ਹਾਂਜੀ। ਆਪਣੇ ਉਹ ਵੀ ਦੇ ਦਿਓ ਮੈਨੂੰ। ਇਹ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਲੜਾਈ ਹੈ। ਇਹ ਭਲਾ ਹਾਂਜੀ। ਆਇਆ ਜੀ ਉਮੀਦਵਾਰ ਕੋਈ ਸਾਹਮਣੇ? ਜੀ, ਕੀ ਨਾਮ ਉਹਨਾਂ ਕਈ ਐਪਲੀਕੇਸ਼ਨ ਆ ਜੀ। ਅੱਛਾ ਦੂਜਾ ਇਹ ਹੈ ਕਿ ਅਸੀਂ ਜਿਹੜੇ ਕੈਂਡੀਡੇਟ ਪਹਿਲਾਂ ਡਿਕਲੇਅਰ ਕੀਤੇ ਨੇ, ਉਹਨਾਂ ਦੀ ਬਾਕਾਇਦਾ ਕੰਪੇਨ, ਉਹਨਾਂ ਦੇ ਇਲੈਕਸ਼ਨ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਜਾਣਕਾਰੀ ਲਈ ਮੇਰਾ ਹਲਕਾ ਘਨੌਰ ਹੈ। ਅੱਜ 12 ਵਜੇ ਉੱਥੇ ਅਸੀਂ ਦਫ਼ਤਰ ਖੋਲ੍ਹਿਆ ਔਰ ਸਾਡੇ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਉਸ ਦਫ਼ਤਰ ਦਾ ਉਦਘਾਟਨ ਕਰਕੇ ਆਏ ਹੈ। ਬਹੁਤ ਓਵਰਵੈਲਮਿੰਗ ਰਿਸਪੌਂਸ ਸੀ। ਬਹੁਤ ਇਲੈਕਸ਼ਨ ਕਰਕੇ ਵੱਡਾ ਇਕੱਠ ਤਾਂ ਨਹੀਂ ਕਰ ਸਕਦੇ, ਪਰ ਸੈਕਟਰੀ ਨੇ 100 ਉੱਤੇ ਇਕੱਠ ਸੀ, ਲੋਕਾਂ 'ਚ ਭਾਰੀ ਉਤਸ਼ਾਹ ਸੀ। ਮੈਂ ਨਿੱਕੀ ਅੱਜ ਅਸੀਂ ਸ਼ੁਰੂ ਕੀਤਾ। ਮੈਂ ਨਿੱਕੀ ਜੀ ਗੱਲ ਇੱਥੇ ਐਡ ਕਰ ਦਿਆਂ ਕਿ 2014 ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਵਿੱਚ ਐਡਾ ਵੱਡਾ ਆਭਾਰ ਇੱਕ ਆਮ ਸੰਯੁਕਤ ਸਮਾਜ ਮੋਰਚਾ, ਜਿਹੜਾ ਲੋਕ ਪ੍ਰਿਯ ਮੋਰਚਾ ਆ, ਉਹਦੇ ਹੱਕ ਵਿੱਚ ਦੇਖਣ ਨੂੰ ਮਿਲ ਰਿਹਾ। ਸਾਡੇ ਫੋਨ ਦਿਨ ਰਾਤ ਜਦ ਤੱਕ ਬੰਦ ਨਾ ਕਰਦੇ ਰਹੀਏ ਚੱਲਦੇ ਰਹਿੰਦੇ ਆ। ਔਰ ਤੁਸੀਂ ਅੱਜ ਦੀ ਲਿਸਟ ਤੋਂ ਦੇਖਿਆ ਹੋਣਾ, ਆਉਣ ਵਾਲੀ ਲਿਸਟ ਅਸੀਂ ਇਹਦੇ ਨਾਲ ਵੀ ਵਧੀਆ ਦੇਵਾਂਗੇ। ਅਸੀਂ ਅਜੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਇਸ ਗੱਲ ਦੇ ਕਿ ਕੁਝ ਬੀਬੀਆਂ, ਔਰਤਾਂ, ਬੱਚੀਆਂ ਨੂੰ ਹੋਰ ਵੱਡਾ ਨੰਬਰ ਅਸੀਂ ਅਗਲੀ ਲਿਸਟ ਦੇ ਵਿੱਚ ਕੋਸ਼ਿਸ਼ ਕਰਾਂਗੇ ਲਿਆਉਣ ਦੀ। ਲਗਾਤਾਰ ਜਿਹੜੇ ਘਰ 'ਚ ਬੈਠੇ ਆ ਚੰਗੇ ਕੈਂਡੀਡੇਟ, ਅਸੀਂ ਉਹਨਾਂ ਦੀਆਂ ਮਿੰਨਤਾਂ ਕਰਦੇ ਹੁੰਦੇ। ਕਦੀ ਤੁਸੀਂ ਸੁਣਿਆ ਕਿ ਕੈਂਡੀਡੇਟ ਨੂੰ ਘਰੋਂ ਫੜ ਕੇ ਮਿੰਨਤਾਂ ਕੀਤੀਆਂ ਜਾਣ ਕਿ ਆਓ ਇਸ ਮੋਰਚੇ 'ਚ ਆਓ, ਇਹ ਤੁਹਾਡਾ ਆ, ਆਪਾਂ ਸਾਂਝੇ ਤੌਰ ਤੇ ਇਸ ਨੂੰ ਲੜ ਕੇ ਇੱਥੋਂ ਦੀ ਰਾਜਨੀਤੀ, ਇੱਥੋਂ ਦਾ ਨਕਸ਼ਾ ਨੁਹਾਰ, ਇੱਥੋਂ ਦੀ ਆਰਥਿਕਤਾ, ਇੱਥੋਂ ਦਾ ਸਮਾਜ, ਉਸ ਨੂੰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਔਰ ਉਹਦੇ ਵਿੱਚ ਖਾਸ ਕਰਕੇ ਨੌਜਵਾਨਾਂ ਵੱਲੋਂ, ਕਿਸਾਨ ਤੇ ਹੈ ਹੀ ਹੈ, ਨੌਜਵਾਨਾਂ ਵੱਲੋਂ, ਵਪਾਰੀਆਂ ਵੱਲੋਂ, ਸ਼ਹਿਰੀਆਂ ਵੱਲੋਂ ਇੱਕ ਵੱਡਾ ਹੰਗਾਰਾ, ਜਿਹੜਾ ਇੱਕ ਸਾਡੇ ਲਈ ਇੱਕ ਨਵੀਂ ਚੀਜ਼ ਹੈਗੀ ਹੈ। ਔਰ ਦਲਿਤ ਸਮੁਦਾਇ, ਉਹਦੇ ਵਿੱਚ ਮੈਂ ਖੁਦ ਜਿਸ ਤਰ੍ਹਾਂ ਦੱਸਾਂ ਕਿ ਕਿਉਂਕਿ ਮੇਰੇ ਬਹੁਤ ਵਾਈਡ ਕੰਟੈਕਟ, ਮੈਂ ਅੰਬੇਦਕਰ ਸੈਂਟਰ ਦੇ ਵਿੱਚ 10 ਸਾਲ ਡਾਇਰੈਕਟਰ ਰਿਹਾ, ਉਹ ਸਾਰੇ ਦੇ ਸਾਰੇ ਬਹੁਤ ਇਸ ਗੱਲ ਤੋਂ ਖੁਸ਼ ਹੈ ਕਿ ਪਹਿਲੀ ਵਾਰੀ ਹੋਇਆ ਕਿ ਆਮ ਲੋਕਾਂ ਦੇ ਵਿੱਚੋਂ ਤੁਹਾਨੂੰ ਵੱਡਾ ਰਿਸਪੌਂਸ ਅਸੀਂ ਇਕੱਠਾ ਵੀ ਕਰ ਰਹੇ ਹਾਂ, ਲੈ ਵੀ ਰਹੇ ਹਾਂ, ਔਰ ਉਹ ਖੁਦ ਵੀ ਸਾਨੂੰ ਕੰਟੈਕਟ ਕਰ ਰਹੇ। ਕਿਰਪਾ ਸਿੰਘ ਨੂੰ ਐਡ ਕਰ ਦਿੰਦੇ ਕਰ ਦੋ। ਮੇਰਾ ਥੋੜਾ ਜਿਹਾ ਹਾਂਜੀ ਕੁਐਸਚਨ ਇੱਕ ਇੱਕ ਕਰਕੇ ਲਵਾਂਗੇ ਹੁਣ, ਇੱਕ ਇੱਕ ਕਰਕੇ ਸਾਰਿਆਂ ਨਾਲ, ਕਾਹਲੀ ਨਾ ਸਰ ਕਰੇ। ਮੇਰਾ ਥੋੜਾ ਜਿਹਾ ਹਾਂਜੀ ਹਾਂ ਜਿਹੜਾ ਇਲੈਕਸ਼ਨ ਹੈ, ਕੰਪੇਨ ਹੈ, ਇਹ ਜੁਆਇੰਟਲੀ ਹੋਊਗੀ, ਇੱਕੋ ਹੀ ਸਿੰਬਲ ਹੋਏਗੀ ਜਾਂ ਦੋਵਾਂ ਦੀ ਅਲੱਗ-ਅਲੱਗ ਸਿੰਬਲ ਹੋਣਗੇ? ਦੇਖੋ, ਇਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਹੈ, ਪਹਿਲਾਂ ਇਹਨਾਂ ਦੀ ਅਲੱਗ ਪਾਰਟੀ ਰਜਿਸਟਰ ਹੋਈ ਹੈ, ਸਿੰਬਲ ਇਹਨਾਂ ਨੂੰ ਮਿਲਿਆ ਨਹੀਂ, ਪਰ ਅਸੀਂ ਫਿਰ ਵੀ ਇਹਨਾਂ ਨੂੰ ਰਿਕੁਐਸਟ ਕਰਾਂਗੇ, ਸਿੰਬਲ ਹੈ ਜੇ ਸਾਨੂੰ ਵੀ ਅਲਾਟ ਹੋਣਾ, ਇਹਨਾਂ ਨੂੰ ਵੀ ਅਲਾਟ ਹੋਣਾ, ਚੰਗਾ ਹੋਵੇ ਜੁਆਇੰਟ ਜਿਹੜਾ ਮੈਸੇਜ ਹੈ, ਜਿਸ ਤਰ੍ਹਾਂ ਹੁਣ ਅਸੀਂ ਆਪਸ ਵਿੱਚ ਕੀਤਾ ਹੈ, ਜੇ ਇੱਕ ਸਿੰਬਲ ਦੇ ਸਾਈਡ ਲੜੀਏ ਤਾਂ ਹੋਰ ਇਫੈਕਟਿਵ ਹੋਏਗਾ, ਲੋਕਾਂ ਨੂੰ ਜ਼ਿਆਦਾ ਉਤਸ਼ਾਹਿਤ ਕਰੇਗਾ। ਮੇਰੀ ਬੇਨਤੀ ਇਹ ਲੀਡਰ ਹੈ, ਨੇ ਯੂ ਵਿਲ ਟਰਾਈ ਕਿ ਜੁਆਇੰਟ ਸਾਡੀ ਕੋਸ਼ਿਸ਼ ਹੋਏ, ਸਾਡੀ ਕੋਸ਼ਿਸ਼ ਤੁਸੀਂ ਹੋਏ। ਸੰਯੁਕਤ ਕਿਸਾਨ ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹਨਾਂ ਤੁਹਾਨੂੰ ਨੁਕਸਾਨ ਨਹੀਂ ਹੋਏਗਾ? ਉਹਨਾਂ ਦਾ ਕਿਹਨਾਂ ਦਾ ਜੀ? ਇੱਕ ਮੇਨ ਇੱਕ SKM ਨੂੰ ਕਿਸਾਨ ਮੋਰਚਾ ਨਹੀਂ, ਦੇਖੋ ਇਸ ਤਰ੍ਹਾਂ ਹੈ, ਸੰਯੁਕਤ ਕਿਸਾਨ ਮੋਰਚਾ ਇੱਕ ਸੈਪਰੇਟ ਚੀਜ਼ ਹੈ। ਉਹ ਦੇਸ਼ ਦੀਆਂ 500 ਜਥੇਬੰਦੀਆਂ ਦਾ ਮੋਰਚਾ ਹੈ, ਜਿਹੜਾ ਕੁਝ ਕਿਸਾਨੀ ਮੁੱਦੇ ਤੇ ਲੱਗਿਆ ਸੀ। ਉਹਦੇ ਵੀ ਇਕੱਲਾ ਪੰਜਾਬ ਨਹੀਂ, ਦੇਸ਼ ਦੀਆਂ 500 ਜਥੇਬੰਦੀਆਂ ਨੇ। ਉੱਥੇ ਸਾਡਾ ਇਹ ਸੀ, ਜੇ ਉਸ ਨੂੰ ਅਸੀਂ ਰਾਜਨੀਤਿਕ ਬਣਾਉਂਦੇ, ਰਾਜਨੀਤਿਕ ਪਾਰਟੀਆਂ ਵਿੱਚ ਆਉਂਦੀਆਂ, ਤਾਂ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾਂ ਹੀ ਸਾਡੇ ਪਿੱਛੇ ਪਏ ਹੋਏ ਸੀ। ਉਹਦਾ ਕਹਿੰਦੇ ਸੀ ਕਿਸਾਨ ਨੇ, ਇਹ ਪੋਲੀਟੀਕਲੀ ਮਿਸਗਾਈਡਡ ਲੋਕ ਨੇ, ਕਿਸਾਨ ਤਾਂ ਹੈ ਹੀ ਨਹੀਂ, ਰਾਜਨੀਤਿਕ ਪਾਰਟੀਆਂ ਦੇ ਨੇ। ਤਾਂ ਉਹਦੀ ਗੱਲ ਸੱਚੀ ਹੁੰਦੀ। ਸਾਡਾ ਉਦੋਂ ਸਟੈਂਡ ਬਿਲਕੁਲ ਠੀਕ ਸੀ ਕਿ ਜਦ ਤੱਕ ਮੋਰਚਾ ਚੱਲਦਾ ਹੈ, ਕੋਈ ਰਾਜਨੀਤਿਕ ਪਾਰਟੀ ਨਾ ਸਟੇਜ ਤੇ ਜਾਊਗੀ ਤੇ ਨਾ ਸਟੇਜ ਸ਼ੇਅਰ ਕਰੇਗੀ। ਮੋਰਚਾ ਖਤਮ ਹੋਣ ਤੋਂ ਬਾਅਦ ਅਸੀਂ ਪੰਜਾਬ 'ਚ ਆ ਕੇ ਫੈਸਲਾ ਕਰਾਂਗੇ
ਇਹ ਪੰਜਾਬ ਦੇ ਲੋਕਾਂ ਦੀ ਇੱਛਾ ਸੀ, ਭਾਵਨਾ ਸੀ ਕਿ ਪੰਜਾਬ 'ਚ ਵੀ ਕੋਈ ਲੋਕ ਪੱਖੀ ਬਦਲ ਦਿੱਤਾ ਜਾਵੇ। ਅਸੀਂ ਉਸ ਨੂੰ ਧਿਆਨ 'ਚ ਰੱਖਿਆ। ਪੰਜਾਬ ਦੇ ਲੋਕਾਂ ਦੀ ਐਸਪੀਰੇਸ਼ਨ ਜਾਂ ਸੈਂਟੀਮੈਂਟਸ ਜਿਹੜੇ ਬਿਲਕੁਲ ਇੱਕ ਚੰਗਾ ਰਾਜਨੀਤਿਕ ਬਦਲ ਚਾਹੁੰਦੇ ਸੀ ਔਰ ਬਦਲ ਕੇ ਜਿਹੜੀਆਂ ਸਰਕਾਰਾਂ ਪਿਛਲੇ 7 ਦਹਾਕਿਆਂ ਤੋਂ ਹੁੰਦੀਆਂ ਉਹਨਾਂ ਤੋਂ ਨਿਜਾਤ ਚਾਹੁੰਦੇ ਸੀ, ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਚੰਗੀ ਕੋ ਕਲੀਨ ਐਡਮਿਨਿਸਟ੍ਰੇਸ਼ਨ, ਚੰਗੀ ਗਵਰਨੈਂਸ, ਲੋਕ ਪੱਖੀ ਏਜੰਡੇ ਉਹਨਾਂ ਦੇ ਉੱਪਰ ਇੱਕ ਲੋਕਾਂ ਨੂੰ ਮੌਕਾ ਮਿਲੇ ਆਪ ਕਰਨ ਦਾ। ਉਗਰਾਹਾਂ ਸਾਹਿਬ ਦੀ ਜਿਹੜੀ ਜਥੇਬੰਦੀ ਉਹ ਵੀ ਨਹੀਂ ਹਲੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਵੀ ਹਲੇ ਤੁਹਾਨੂੰ ਸਾਥ ਦੇ ਰਹੀ ਹੈ? ਉਹ ਕਹਿੰਦੇ ਦੇਖੋ ਇਸ ਤਰ੍ਹਾਂ ਜੀ ਉਹਨਾਂ ਕਰਦੇ ਲੇਕਿਨ ਸਮਰਥਨ ਕਰਦੇ। ਉਹਨਾਂ ਦਾ ਸਟੈਂਡ ਬੜਾ ਸਪਸ਼ਟ ਹੈ। ਹਰ ਜਥੇਬੰਦੀ ਆਪਣੀ ਕੋਈ ਸਮਝ ਹੈ, ਉਹਨਾਂ ਦੀ ਆਪਣੀ ਸਮਝ ਹੈ ਵੀ ਇਲੈਕਸ਼ਨ 'ਚ ਪਾਰਟਿਸਿਪੇਟ ਨਹੀਂ ਕਰਨਾ। ਵੈਲਕਮ ਹੈ ਉਹਨਾਂ ਦੀ, ਪਰ ਉਹਨਾਂ ਦਾ ਇਹ ਵੀ ਸਮਝ ਹੈ, ਅਸੀਂ ਜਿਸ ਕਰਕੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਧੰਨਵਾਦੀ ਵੀ ਹੈ। ਉਹ ਕਹਿੰਦੇ ਅਸੀਂ ਸਪੋਰਟ ਵੀ ਨਹੀਂ ਕਰਦੇ, ਵਿਰੋਧ ਵੀ ਨਹੀਂ ਕਰਦੇ, ਨੰਬਰ 1। ਨੰਬਰ 2 ਉਹ ਕਹਿੰਦੇ ਨੇ ਕਿ ਬਾਕੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਸੀਂ ਪਿੰਡਾਂ 'ਚ ਆਏ ਨੂੰ ਸਵਾਲ ਪੁੱਛਦੇ ਹਾਂ, ਜਿਵੇਂ ਕੋਈ ਅਕਾਲੀ ਚਲਾ ਗਿਆ, ਕਾਂਗਰਸੀ, ਬੀਜੇਪੀ ਹੈ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਅਸੀਂ ਸਵਾਲ ਨਹੀਂ ਪੁੱਛਾਂਗੇ। ਦੈਨ ਮੈਸੇਜ ਕਲੀਅਰ। ਆਪ ਹੀ ਤੁਸੀਂ ਸਮਝੋ ਇਸ ਤੋਂ ਕੀ ਹੈ, ਆਪ ਹੀ ਆਪਾਂ ਸਮਝੋ। ਨਹੀਂ, ਸਾਡੇ ਦੋਸਤ ਅਸੀਂ ਲੜਦੇ ਰਹੇ ਜੀ ਉਹਨਾਂ ਨਾਲ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।